ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਤੇ ਆਪਣਾ ਇਮੀਗ੍ਰੇਸ਼ਨ ਵੀਕਲੀ ਅਪਡੇਟਸ ਦਾ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਆਪਾਂ ਇਮੀਗ੍ਰੇਸ਼ਨ ਦੀਆਂ ਨਵੀਆਂ ਖਬਰਾਂ ਤੇ ਘਟਨਾਵਾਂ ਦੀ ਗੱਲ ਕਰਦੇ ਹਾਂ, ਉੱਥੇ ਨਾਲ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਵੀ ਕੋਸ਼ਿਸ਼ ਕਰਦੇ ਹਾਂ। ਤੇ ਸਾਰਿਆਂ ਤੋਂ ਪਹਿਲਾਂ ਤਾਂ ਜਿਹੜੀਆਂ ਇਸ ਵੀਕ ਦੀਆਂ ਇੰਪੋਰਟੈਂਟ ਜਿਹੜੀਆਂ ਘਟਨਾਵਾਂ ਨੇ ਉਹਨਾਂ ਵਿੱਚ ਸਾਰਿਆਂ ਤੋਂ ਪਹਿਲਾਂ ਤਾਂ ਇਨਫਰਾਸਟਰਕਚਰ ਬਿੱਲ ਹੈ। ਇਨਫਰਾਸਟਰਕਚਰ ਬਿੱਲ ਅੱਜ ਪਾਸ ਹੋ ਗਿਆ, ਬਾਈ ਪਾਰਟੀਜ਼ਨ ਤੌਰ ਤੇ ਹੋਇਆ ਤੇ ਤਕਰੀਬਨ 2 ਦਰਜਨ ਰਿਪਬਲਿਕਨ ਜਿਹੜੇ ਸੈਂਟਰਾਂ ਨੇ ਵੀ ਇਹਦੇ ਹੱਕ 'ਚ ਵੋਟ ਪਾਈ ਆ, ਡੈਮੋਕ੍ਰੇਟਾਂ ਨੇ ਤਾਂ ਪਾਉਣੀ ਸੀ ਤੇ ਇਹ 69 ਇਹਦੇ ਹੱਕ 'ਚ ਪਈਆਂ ਤੇ 30 ਇਹਦੇ ਵਿਰੁੱਧ ਪਈਆਂ ਨੇ ਤੇ ਇਹ ਪਾਸ ਹੋਇਆ ਤੇ ਇਹਦੇ ਨਾਲ 1.2 ਜਿਹੜਾ ਹੈਗਾ ਟ੍ਰਿਲੀਅਨ ਡਾਲਰ ਦਾ ਬਿੱਲ ਹੈ। ਬਹੁਤ ਵੱਡਾ ਬਿੱਲ ਆ ਤੇ ਬਹੁਤ ਦੇਰ ਬਾਅਦ ਅਮਰੀਕਾ ਦੇ ਵਿੱਚ ਇਨਫਰਾਸਟਰਕਚਰ ਤੇ ਹੁਣ ਸਰਕਾਰ ਜਿਹੜੀ ਖਰਚਾ ਕਰਨ ਜਾ ਰਹੀ ਆ। ਇਹ ਬਿੱਲ ਦੇ ਨਾਲ ਜਿਹੜੇ ਇੱਥੋਂ ਦੇ ਜਿਹੜੀਆਂ ਸੜਕਾਂ ਨੇ, ਪੁਲ ਨੇ, ਏਅਰਪੋਰਟ ਨੇ, ਰੇਲਵੇ ਸਟੇਸ਼ਨ ਨੇ, ਉਹ ਸਾਰਿਆਂ ਦੀ ਜਿਹੜੀ ਹੈਗੀ ਆ ਉਹ ਅਪਲਿਫਟਿੰਗ ਹੋਏਗੀ, ਮੁਰੰਮਤ ਹੋਏਗੀ ਜਾਂ ਨਵੀਆਂ ਬਣਨਗੀਆਂ। ਇਹਦੇ ਨਾਲ ਜਿਹੜੇ ਇਲੈਕਟ੍ਰਿਕ ਗੱਡੀਆਂ ਦੇ ਚਾਰਜਿੰਗ ਸਟੇਸ਼ਨ ਆ ਉਹਨਾਂ 'ਤੇ ਵੀ ਆ। ਤੇ ਪਰ ਇਹ ਸੀ ਉਮੀਦ ਵੀ ਇਮੀਗ੍ਰੇਸ਼ਨ ਦੇ ਸਾਡੇ ਜਿਹੜੇ ਬਿੱਲ 2 ਹਾਊਸ ਨੇ ਪਾਸ ਕਰਕੇ ਸੈਨੇਟ ਨੂੰ ਭੇਜੇ ਆ ਵੀ ਉਹ ਸ਼ਾਇਦ ਇਹਦੇ ਨਾਲ ਅਟੈਚ ਹੋਣਗੇ, ਉਹ ਨਹੀਂ ਕੀਤੇ। ਪਰ ਉਹ ਹੁਣ ਜਿਹੜਾ ਬਜਟ ਦਾ ਰੀਕਨਸੀਲੇਸ਼ਨ ਬਿੱਲ ਇੱਕ ਪਾਸ ਹੋਣ ਜਾ ਰਿਹਾ ਉਹਦੇ ਵਿੱਚ ਉਹ ਐਡ ਕਰਨਗੇ ਉਹਨਾਂ ਨੂੰ ਤੇ ਉਹਦੇ 'ਚ ਕਹਿ ਰਹੇ ਆ ਕਿ ਉਹ 3.5 ਟ੍ਰਿਲੀਅਨ ਡਾਲਰ ਦਾ ਬਿੱਲ ਆ ਤੇ ਉਹਦੇ ਵਿੱਚ ਇਮੀਗ੍ਰੇਸ਼ਨ ਐਡ ਕੀਤੀ ਜਾਏਗੀ, ਪਰ ਇਹਦੇ ਵਿੱਚ ਨਹੀਂ ਹੋ ਸਕੀ। ਪਰ ਜਿਹੜਾ ਬਿੱਲ ਪਾਸ ਹੋਇਆ ਇਹ ਬਹੁਤ ਵਧੀਆ ਕਦਮ ਹੈ। ਇਹਦੇ ਨਾਲ ਜਿੱਥੇ ਅਮਰੀਕਾ ਦੀ ਜਿਹੜੀ ਇਨਫਰਾਸਟਰਕਚਰ ਇੰਪਰੂਵ ਹੋਏਗਾ ਉਹਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਜਿਹੜੀਆਂ ਜੌਬਾਂ ਮਿਲਣਗੀਆਂ। ਤੇ ਜਿਵੇਂ ਹੁਣ ਆਪਾਂ ਪਿੱਛੇ ਜੇ ਦੱਸ ਕੇ ਹਟੇ ਹਾਂ ਕਿ ਜਿਹੜਾ ਅਮਰੀਕਾ ਦੀ ਐਤਕੀ ਗਰੋਥ ਰੇਟ ਆ ਉਹ 6.5% ਆ ਤੇ ਇਹਦੇ ਨਾਲ ਅਮਰੀਕਾ ਦਾ ਜਿਹੜਾ ਅਨਇੰਪਲੋਇਮੈਂਟ ਰੇਟ ਆ ਉਹ ਵੀ ਕਾਫੀ ਘਟਿਆ ਤੇ ਇਸ ਬਿੱਲ ਦੇ ਪਾਸ ਹੋਣ ਦੇ ਨਾਲ ਹੁਣ ਜੌਬਾਂ ਜਿਹੜੀਆਂ ਉਹ ਕਾਫੀ ਵਧਣਗੀਆਂ ਤੇ ਕਾਫੀ ਲੋਕਾਂ ਨੂੰ ਰੁਜ਼ਗਾਰ ਮਿਲੇਗਾ, ਅਮਰੀਕਾ ਦੀ ਇਕਨੋਮੀ ਇੰਪਰੂਵ ਹੋਏਗੀ। ਹੁਣ ਇਹ ਸੈਨੇਟ ਤੋਂ ਬਿੱਲ ਪਾਸ ਹੋ ਕੇ ਹਾਊਸ 'ਚ ਜਾਣਾ, ਹਾਊਸ 'ਚ ਵੀ ਉਮੀਦ ਆ ਵੀ ਪਾਸ ਹੋਣ ਦੀ, ਉਦੋਂ ਬਾਅਦ ਇਹ ਪ੍ਰੈਜ਼ੀਡੈਂਟ ਕੋਲ ਜਾਊਗਾ। ਸੋ ਜੇ ਹਾਊਸ 'ਚ ਵੀ ਇਸੇ ਤਰ੍ਹਾਂ ਪਾਸ ਹੋ ਜਾਂਦਾ ਤਾਂ ਫਿਰ ਪ੍ਰੈਜ਼ੀਡੈਂਟ ਇਹਨੂੰ ਸਾਈਨ ਕਰੇਗਾ, ਪਰ ਸੈਨੇਟ 'ਚ ਅਪਰੂਵ ਹੋਣਾ ਬਹੁਤ ਵੱਡੀ ਗੱਲ ਆ ਕਿਉਂਕਿ ਸੈਨੇਟ ਤੁਹਾਨੂੰ ਪਤਾ ਹੀ ਹੈ ਕਿੰਨਾ ਮੁਸ਼ਕਿਲ ਆ। 2 ਜਿਹੜੇ ਇਮੀਗ੍ਰੇਸ਼ਨ ਦੇ ਬਿੱਲ ਨੇ, ਇੱਕ ਜਿਹੜੇ ਬੱਚਿਆਂ ਦਾ ਡਰੀਮਰਸ ਦਾ ਤੇ ਇੱਕ ਜਿਹੜਾ ਸੀਗਾ ਐਗਰੀਕਲਚਰ ਵਰਕਰ ਦੇ ਨਾਲ TPS ਦਾ। ਇਹ ਬਿੱਲ ਜਿਹੜੇ ਆ ਇਹ ਹਾਊਸ ਤੋਂ ਪਾਸ ਹੋ ਕੇ ਸੈਨੇਟ ਦੇ ਵਿੱਚ ਦੇਖ ਲਓ ਕਿੰਨੀ ਦੇਰ ਤੇ ਗਏ ਆ ਤਾਂ ਉੱਥੇ ਕਾਰਵਾਈ ਨਹੀਂ ਹੋਈ। ਹੁਣ ਉਮੀਦ ਹੈਗੀ ਵੀ ਜਿਹੜਾ ਬਜਟ ਆ ਉਹਦੇ ਵਿੱਚ ਸ਼ਾਇਦ ਉਹਦਾ ਕੁਝ ਕਰਨ ਤੇ ਇਸੇ ਤਰ੍ਹਾਂ ਹੁਣ ਸੈਨੇਟ ਨੇ ਕੀਤਾ, ਹਾਊਸ ਦੇ ਵਿੱਚੋਂ ਜਦੋਂ ਪਾਸ ਹੋ ਗਿਆ ਤਾਂ ਲਾਭ ਬਣੇਗਾ, ਚੰਗੀ ਖਬਰ ਆ। ਅਸੀਂ ਵਧਾਈ ਦਿੰਦੇ ਹਾਂ ਦੋਨੇ ਪਾਰਟੀਆਂ ਸੈਂਟਰਾਂ ਨੂੰ ਜਿਨ੍ਹਾਂ ਨੇ ਕਿ ਇਹ ਬਿੱਲ ਪਾਸ ਕੀਤਾ ਤੇ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਬੜੀ ਵੱਡੀ ਪ੍ਰਾਪਤੀ ਇਹ ਜਿਹੜੀ ਆ ਉਹ ਸਮਝੀ ਜਾਏਗੀ। ਇਹਦੇ ਨਾਲ ਜਿਹੜੀ ਦੂਜੀ ਇੰਪੋਰਟੈਂਟ ਖਬਰ ਹੈਗੀ ਆ ਉਹ ਇਹ ਹੈਗੀ ਆ ਕਿ ਡੀਪੋਟੇਸ਼ਨ ਜਿਹੜੀਆਂ ਨੇ ਉਹ ਬਾਰਡਰ 'ਤੇ ਕਾਫੀ ਵਧਾ ਦਿੱਤੀਆਂ ਨੇ ਸਰਕਾਰ ਨੇ। ਜਿਵੇਂ ਪਿਛਲੀ ਵਾਰੀ ਆਪਾਂ ਖਬਰ ਦਿੱਤੀ ਸੀਗੀ ਕਿ ਸਰਕਾਰ ਜਿਹੜੀ ਆ ਉਹ ਡਿਪੋਰਟ ਕਰ ਰਹੀ ਆ ਲੋਕਾਂ ਨੂੰ। ਨੀਤੀ ਬਣਾਈ ਆ ਵੀ ਜਿਹੜੇ ਸੈਂਟਰਲ ਅਮਰੀਕਾ ਤੋਂ ਖਾਸ ਕਰਕੇ ਲੋਕ ਆਉਂਦੇ ਨੇ ਫੈਮਲੀਜ਼ ਦੇ ਨਾਲ, ਉਹਨਾਂ ਨੂੰ ਇੱਥੋਂ ਜਿਹੜਾ ਹੈਗਾ ਉਹ ਡਿਪੋਰਟ ਕੀਤਾ ਜਾਊਗਾ ਇਮੀਗ੍ਰੇਸ਼ਨ ਜੱਜ ਕੋਲ ਪੇਸ਼ ਕੀਤੇ ਬਿਨਾਂ, ਜੇ ਉਹਨਾਂ ਦਾ ਕੋਈ ਅਸਾਈਲਮ ਦਾ ਕਲੇਮ ਨਹੀਂ ਬਣਦਾ। ਜੇ ਉਹਨਾਂ ਦਾ ਕੋਈ ਅਸਾਈਲਮ ਦਾ ਕਲੇਮ ਬਣਦਾ ਜਾਂ ਜਿਹੜੇ ਅਸਾਈਲਮ ਦੇ 5 ਗਰਾਊਂਡ ਉਹਨਾਂ 'ਚ ਉਹਦਾ ਕੇਸ ਆਉਂਦਾ ਫਿਰ ਤਾਂ ਨਹੀਂ ਉਹ ਹੋਣਗੇ, ਪਰ ਜੇ ਉਹਨਾਂ ਦਾ ਕੋਈ ਕੇਸ ਨਹੀਂ ਬਣਦਾ ਉਹਨਾਂ ਨੂੰ ਐਂਟਰੀ ਨਹੀਂ ਮਿਲੇਗੀ, ਉੱਥੋਂ ਹੀ ਉਹਨਾਂ ਨੂੰ ਜਿਹੜਾ ਹੈਗਾ ਉਹ ਡਿਪੋਰਟ ਜਿਹੜਾ ਕਰ ਦਿੱਤਾ ਜਾਏਗਾ। ਸੋ ਇਹ ਜਿਹੜੀ ਪਾਲਿਸੀ ਇਹਨਾਂ ਨੇ ਇੰਪਲੀਮੈਂਟ ਕੀਤੀ ਆ ਤੇ ਇਹ 'ਤੇ ਕਾਫੀ ਜ਼ਿਆਦਾ ਡਿਪੋਰਟੇਸ਼ਨਾਂ ਵਧਾਈਆਂ ਨੇ। ਜਿਹੜੀ ਖਬਰ ਆਈ ਆ ਉਹਦੇ ਮੁਤਾਬਕ ਅਮਰੀਕਾ ਦੇ ਵਿੱਚ ਜੁਲਾਈ 'ਚ 2,10,000 ਮਾਈਗਰੈਂਟਸ ਆਏ ਨੇ ਜਿਹੜੇ ਕਿ ਫੜੇ ਗਏ। ਇਹਨਾਂ ਵਿੱਚੋਂ 80,000 ਪੇਰੈਂਟਸ ਸੀ ਬੱਚਿਆਂ ਨਾਲ ਤੇ 19,000 ਇਹਨਾਂ ਦੇ ਨਾਲ ਹੋਰ ਮਾਈਨਰ ਸੀਗੇ ਜਿਹੜੇ ਕਿਸੇ ਹੋਰ ਦੇ ਬੱਚੇ ਸੀ ਜਿਹੜੇ ਐਂਟਰ ਹੋਏ ਆ, ਉਹਨਾਂ ਦੇ ਮਾਂ-ਬਾਪ ਨੇ ਉਹਨੇ ਇਹਨਾਂ ਨਾਲ ਭੇਜਤਾ ਉਹਨਾਂ ਨੂੰ। ਤੇ ਇੰਨੀ ਜ਼ਿਆਦਾ ਦੇਖੋ ਤੁਸੀਂ ਮਤਲਬ ਬਾਰਡਰ ਦੇ ਵਿੱਚ ਲੋਕਾਂ ਦਾ ਆਉਣਾ ਜਾਣਾ ਸੀਗਾ ਕਿਉਂਕਿ ਇੰਪਰੈਸ਼ਨ ਇਹ ਹੋ ਗਿਆ ਸੀ ਕਿ ਇੱਥੇ ਬਾਰਡਰ ਖੁੱਲ੍ਹ ਗਿਆ ਜੀ, ਜੋ ਕਿ ਇੰਨਾ ਨਹੀਂ ਸੀ ਖੁੱਲ੍ਹਿਆ। ਇੰਪਰੈਸ਼ਨ ਗਲਤ ਸੀਗਾ, ਪਰ ਫਿਰ ਵੀ ਜਿਹੜੀ ਪੁਰਾਣੀ ਸਰਕਾਰ ਆ ਟਰੰਪ ਦੀ ਉਹਦੇ ਜਿਹੜਾ ਮੁਕਾਬਲਾ ਜੇ ਆਪਾਂ ਕਰੀਏ ਤਾਂ ਉਹਦੇ ਮੁਕਾਬਲੇ ਦੇ ਵਿੱਚ ਕਾਫੀ ਜ਼ਿਆਦਾ ਨਰਮੀ ਸੀਗੀ। ਉਹ ਨਰਮੀ ਕਰਕੇ ਹੀ ਬਹੁਤ ਜ਼ਿਆਦਾ ਲੋਕ ਆਉਣ ਲੱਗ ਗਏ। ਇਹ ਬੱਚਿਆਂ ਨੂੰ ਮਾਂ-ਬਾਪ ਤੋਂ ਅੱਡ ਨਹੀਂ ਸੀ ਕਰਦੇ, ਜਿਹਦੇ ਕਰਕੇ ਕਿ ਬਾਰਡਰ ਦੇ ਕ੍ਰਾਈਸਿਸ ਹੋ ਗਿਆ ਤੇ ਉਹਦਾ ਅਸਰ ਜਿਹੜੇ ਇਮੀਗ੍ਰੇਸ਼ਨ ਦੇ ਬਿੱਲ 2 ਹਾਊਸ ਨੇ ਪਾਸ ਕਰਕੇ ਸੈਨੇਟ 'ਚ ਭੇਜੇ ਉਹਨਾਂ ਦੇ ਪਿਆ, ਉਹ ਪਾਸ ਨਹੀਂ ਹੋ ਰਹੇ। ਤਾਂ ਹੁਣ ਸਖਤੀ ਕੀਤੀ ਹੈ ਸਰਕਾਰ ਨੇ ਤੇ ਹੁਣ ਦੇਖੋ ਇਹਦਾ ਹੁਣ ਕੀ ਇੰਪਲੀਕੇਸ਼ਨ ਹੁੰਦੀ ਆ ਤੇ ਕਿੰਨਾ ਕਿ ਇਹਦਾ ਜਿਹੜਾ ਬਾਰਡਰ ਕੰਟਰੋਲ ਹੁੰਦਾ ਇਹ ਟਾਈਮ ਦੱਸੇਗਾ। ਇਹਦੇ ਨਾਲ ਜਿਹੜੀ ਇੰਪੋਰਟੈਂਟ ਇੱਕ ਹੋਰ ਖਬਰ ਆ ਉਹ ਹੈਗੀ ਓਲੰਪਿਕਸ ਬਾਰੇ। ਓਲੰਪਿਕਸ ਜਿਹੜੀਆਂ ਤੁਹਾਨੂੰ ਪਤਾ ਵੀ ਉਹ ਸੰਪੰਨ ਹੋ ਗਈਆਂ ਨੇ ਤੇ ਓਲੰਪਿਕਸ ਦੇ ਵਿੱਚ ਐਤਕੀ ਜਿਹੜੀ ਅਮਰੀਕਾ, ਕਿਉਂਕਿ ਅਸੀਂ ਅਮਰੀਕਾ 'ਚ ਰਹਿੰਦੇ ਹਾਂ ਤੇ ਯੂਨਾਈਟਿਡ ਸਟੇਟਸ ਨੂੰ ਸਭ ਤੋਂ ਜ਼ਿਆਦਾ ਮੈਡਲ ਮਿਲੇ ਨੇ। ਸੋ ਅਸੀਂ ਟੀਮ ਅਮਰੀਕਾ ਨੂੰ ਵਧਾਈ ਦਿੰਦੇ ਹਾਂ ਇਸ ਗੱਲ ਦੀ ਕਿ ਉਹਨਾਂ ਨੂੰ 39 ਗੋਲਡ, 41 ਸਿਲਵਰ, 33 ਬ੍ਰੌਂਜ਼ ਤੇ 113 ਟੋਟਲ ਮੈਡਲ ਮਿਲੇ ਆ। ਦੂਜੇ ਨੰਬਰ 'ਤੇ ਚਾਈਨਾ
ਉਹਨਾਂ ਨੂੰ 38 ਗੋਲਡ, 32 ਸਿਲਵਰ, 18 ਬ੍ਰੌਂਜ਼ ਤੇ 88 ਟੋਟਲ। ਤੇ ਫਿਰ ਜਾਪਾਨ ਹੈ, ਜਾਪਾਨ ਨੂੰ 27 ਗੋਲਡ, 14 ਸਿਲਵਰ, 17 ਬ੍ਰੌਂਜ਼ ਤੇ ਟੋਟਲ 58। ਫਿਰ ਗ੍ਰੇਟ ਬ੍ਰਿਟਨ ਹੈ, ਰਸ਼ੀਅਨ ਓਲੰਪਿਕ ਕਮੇਟੀ, ਆਸਟ੍ਰੇਲੀਆ। ਐਤਕੀ ਇੰਡੀਆ ਦਾ ਜਿਹੜਾ ਪ੍ਰਦਰਸ਼ਨ ਆ ਉਹ ਵੀ ਅੱਗੇ ਨਾਲੋਂ ਬਹੁਤ ਚੰਗਾ ਰਿਹਾ। ਇੰਡੀਆ ਨੂੰ ਇੱਕ ਜਿਹੜਾ ਹੈਗਾ ਗੋਲਡ ਮਿਲਿਆ, 2 ਸਿਲਵਰ ਮਿਲੇ ਆ, 4 ਬ੍ਰੌਂਜ਼ ਮਿਲੇ ਆ, ਟੋਟਲ 7 ਮੈਡਲ ਮਿਲੇ ਆ। ਪਰ ਵਧਾਈ ਇੰਡੀਆ ਦੀ ਜਿਹੜੀ ਟੀਮ ਆ ਉਹਨੂੰ ਵੀ, ਕਿਉਂਕਿ ਜਿਹੜਾ ਇੰਡੀਆ ਦਾ ਅੱਡ ਖੇਤਰਾਂ ਵਿੱਚ, ਜਿਵੇਂ ਹੁਣ ਹਾਕੀ ਦੇ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਸੀਗਾ, ਐਥਲੈਟਿਕਸ ਦੇ ਵਿੱਚ ਵਧੀਆ ਸੀ। ਸੋ ਇਸ ਕਰਕੇ ਇਸੇ ਤਰ੍ਹਾਂ ਹੀ ਜੇ ਅੱਗੇ ਤੋਂ ਅੱਗੇ ਇਹ ਇੰਪਰੂਵਮੈਂਟ ਹੁੰਦੀ ਰਹੀ ਤਾਂ ਬਹੁਤ ਚੰਗੀ ਗੱਲ ਆ। ਅਤੇ ਬੜੀ ਵੱਡੀ ਗੱਲ ਸੀ ਕਿ ਇਹੋ ਜਿਹੇ ਹਾਲਾਤ ਦੇ ਵਿੱਚ ਜਿੱਥੇ ਕਿ ਇੰਨਾ ਜ਼ਿਆਦਾ ਸਾਰੇ ਵਰਲਡ 'ਚ ਇੱਕ ਮਹਾਂਮਾਰੀ ਫੈਲੀ ਹੋਵੇ, ਉਸ ਦੌਰਾਨ ਓਲੰਪਿਕਸ ਹੋਣੀਆਂ ਅਤੇ ਇਹਦੇ 'ਚ ਜਿਹੜੀਆਂ ਓਲੰਪਿਕ ਨੇ ਉਹ ਠੀਕ ਠਾਕ ਜਿਹੜੀਆਂ ਸੰਪੰਨ ਹੋ ਗਈਆਂ, ਮੁਕੰਮਲ ਹੋ ਗਈਆਂ। ਅਤੇ ਹੁਣ ਜਿਹੜੀਆਂ ਅਗਲੀਆਂ ਓਲੰਪਿਕਸ ਹੋਣਗੀਆਂ 2024 ਦੇ ਵਿੱਚ, ਉਹਨਾਂ ਦਾ ਹੁਣ ਵਾਸਤੇ ਤਿਆਰੀ ਸ਼ੁਰੂ ਹੋ ਜਾਏਗੀ। ਅਤੇ ਹੋਪਫੁਲੀ ਜਦ ਤੱਕ ਤਾਂ ਮੇਰਾ ਖਿਆਲ ਆ ਵੀ ਇਸ ਕਿਸਮ ਦੀਆਂ ਪ੍ਰੋਬਲਮਾਂ ਨਹੀਂ ਆਉਣਗੀਆਂ ਜਿਹੜੀਆਂ ਐਤਕੀ ਮਹਾਂਮਾਰੀ ਕਰਕੇ ਆਈਆਂ ਸੀ। ਇਹਦੇ ਨਾਲ ਜਿਹੜੀ ਅਗਲੀ ਇੰਪੋਰਟੈਂਟ ਖਬਰ ਆ ਇਮੀਗ੍ਰੇਸ਼ਨ ਕੋਟਾਂ ਬਾਰੇ ਆ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਕੋਟਾਂ ਖੁੱਲ੍ਹੀਆਂ ਇਮੀਗ੍ਰੇਸ਼ਨ ਦੀਆਂ, ਪਰ ਅਸਾਈਲਮ ਡੇਟਾਂ ਦੀ ਜਿਹੜੀਆਂ ਮਾਸਟਰ ਡੇਟਾਂ ਹੁੰਦੀਆਂ ਇਹਨਾਂ ਕੇਸਾਂ ਦੀਆਂ ਉਹ ਨਹੀਂ ਹੋ ਰਹੀਆਂ। ਜ਼ਿਆਦਾ ਜੱਜ ਜਿਹੜੇ ਹੈਗੇ ਰਿਟਨ ਪਲੀਡਿੰਗਸ ਲੈ ਰਹੇ ਆ ਲਿਖ ਕੇ, ਉਹਦੇ ਨਾਲ ਉਹ ਜਿਹੜੀਆਂ ਪਲੀਡਿੰਗਸ ਦੇ ਨਾਲ ਜਿਹੜੀਆਂ ਉਸ ਤੋਂ ਬਾਅਦ ਫਾਈਨਲ ਡੇਟਾਂ ਦੇ ਰਹੇ ਨੇ। ਇੰਡੀਵਿਜੂਅਲ ਡੇਟਾਂ ਜ਼ਰੂਰ ਹੋ ਰਹੀਆਂ ਨੇ ਅਤੇ ਕਈ ਕੇਸਾਂ ਦੇ ਵਿੱਚ ਜਿਹੜੇ ਜੱਜ ਨੇ ਉਹ 60 ਦਿਨ ਦਾ ਆਰਡਰ ਕਰ ਦਿੰਦੇ ਨੇ ਕਿ ਡਾਕੂਮੈਂਟ ਜਮ੍ਹਾਂ ਕਰਾਓ, ਉਸ ਤੋਂ ਬਾਅਦ ਫਾਈਨਲ ਡੇਟ ਦਿੰਦੇ ਨੇ। ਲੇਕਿਨ ਜਿਹੜੀ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ, ਉਹਦਾ ਵੀ ਜਿਹੜਾ ਰੁੱਖ ਹੁਣ ਅੱਗੇ ਨਾਲੋਂ ਕਾਫੀ ਜਿਹੜਾ ਹੈਗਾ ਉਹ ਦੇਖਿਆ ਜਾ ਰਿਹਾ ਵੀ ਨਰਮ ਹੈ। ਅਤੇ ਉਹਦੇ ਨਾਲ ਉਹਨਾਂ ਨੇ 1-2 ਹੁਣ ਜਿਹੜੇ ਪਿੱਛੇ ਡਿਸੀਜਨ ਆਏ ਨੇ ਕਾਫੀ ਫੇਵਰ 'ਚ ਆਏ ਨੇ ਇਮੀਗ੍ਰੈਂਟਸ ਦੇ। ਸੋ ਚੰਗੀ ਗੱਲ ਆ। ਅਤੇ ਹੁਣ ਇਹਦਾ ਜਿਹੜਾ ਸਾਰਾ ਜਿਹੜਾ ਕ੍ਰੈਡਿਟ ਆ ਉਹ ਇਸ ਐਡਮਿਨਿਸਟ੍ਰੇਸ਼ਨ ਨੂੰ ਜਾਂਦਾ ਵੀ ਐਡਮਿਨਿਸਟ੍ਰੇਸ਼ਨ ਨੇ ਜੋ ਚੇਂਜਸ ਕੀਤੀਆਂ ਨੇ, ਜੋ ਪਹਿਲਾਂ ਉਹਦੀ ਪਿਛਲੀ ਸਰਕਾਰ ਸੀ ਟਰੰਪ ਦੀ, ਉਹਨੇ ਇਮੀਗ੍ਰੇਸ਼ਨ ਦੀ ਫੀਲਡ ਦੇ ਵਿੱਚ ਜੋ ਵੀ ਉਹਨਾਂ ਨੇ ਸਖਤੀਆਂ ਕੀਤੀਆਂ ਸੀ ਜਾਂ ਚੇਂਜ, ਉਹਨੂੰ ਰਿਵਰਸ ਕਰ ਰਹੇ ਨੇ, ਉਹਨੂੰ ਚੇਂਜ ਕਰ ਰਹੇ ਆ ਹੁਣੇ। ਸੋ ਇਹ ਚੰਗੀ ਗੱਲ ਆ। ਇਹਦੇ ਨਾਲ ਕਾਫੀ ਜ਼ਿਆਦਾ ਨਰਮੀ ਜਿਹੜੀ ਆ ਉਹ ਦੇਖਣ ਨੂੰ ਮਿਲ ਰਹੀ ਆ। ਸੋ ਇਹ ਤਾਂ ਸੀਗੀਆਂ ਇੰਪੋਰਟੈਂਟ ਖਬਰਾਂ। ਅਤੇ ਇਹਦੇ ਨਾਲ ਹੁਣ ਥੋੜ੍ਹਾ ਜਿਹੜੇ ਹੈਗੇ ਸਵਾਲਾਂ ਦੇ ਜਵਾਬ ਉਹ ਆਪਾਂ ਦੇਣ ਦੀ ਕੋਸ਼ਿਸ਼ ਕਰਦੇ ਹਾਂ ਜੀ। ਪਹਿਲਾ ਸਵਾਲ ਹੈ ਜੀ, ਉਹ ਇਹ ਕਹਿ ਰਹੇ ਆ ਕਿ ਜਿਹੜਾ F4 ਵੀਜ਼ਾ ਆ, ਇਹਨੂੰ ਸਾਡਾ ਕੇਸ ਜਿਹੜਾ ਉਹ 2009 'ਚ ਅਪਲਾਈ ਹੋਇਆ ਤਾਂ ਕਿੰਨਾ ਟਾਈਮ ਲੱਗੇਗਾ। ਉੱਥੇ ਚੱਲ ਰਿਹਾ ਜੀ 1 ਸਤੰਬਰ 2005। ਜਿਹੜਾ ਅਗਸਤ ਦਾ ਵੀਜ਼ਾ ਬੁਲੇਟਿਨ ਆ, ਮੈਂ ਤੁਹਾਨੂੰ ਇੱਕ ਵਾਰੀ ਫਿਰ ਪੜ੍ਹ ਕੇ ਸੁਣਾ ਦਾਂ ਕਿ ਜਿਹੜੀ F4 ਕੈਟੇਗਰੀ ਹੈਗੀ US ਸਿਟੀਜ਼ਨ ਦੇ ਭੈਣ ਭਰਾ ਦੀ, ਉੱਥੇ ਚੱਲ ਰਿਹਾ 1 ਸਤੰਬਰ 2005। F3 ਕੈਟੇਗਰੀ ਹੈ US ਸਿਟੀਜ਼ਨ ਦੇ ਮੈਰਿਡ ਬੱਚਿਆਂ ਦੀ, ਉੱਥੇ ਹੈ ਜੀ 8 ਨਵੰਬਰ 2008। F2B ਕੈਟੇਗਰੀ ਹੈ ਗ੍ਰੀਨ ਕਾਰਡ ਹੋਲਡਰ ਦੇ ਅਨਮੈਰਿਡ ਬੱਚੇ ਓਵਰ 21, ਉੱਥੇ ਆ 22 ਸਤੰਬਰ 2015। F2A ਕੈਟੇਗਰੀ ਜਿਹੜੇ ਗ੍ਰੀਨ ਕਾਰਡ ਹੋਲਡਰ ਦੇ ਸਪਾਊਸਿਸ ਨੇ, 21 ਸਾਲ ਤੋਂ ਘੱਟ ਬੱਚੇ ਨੇ, ਉਹ ਕਰੰਟ ਆ। F1 ਜਿਹੜੀ ਆ ਉਹ 22 ਨਵੰਬਰ 2014। ਇਹਦੇ ਨਾਲ ਜਿਹੜੀਆਂ ਫਾਈਨਲ ਐਕਸ਼ਨ ਡੇਟਾਂ ਜਿੱਥੇ ਕਿ NVC ਪੇਪਰ ਮੰਗ ਰਹੀ ਆ, ਉਹ F4 ਕੈਟੇਗਰੀ ਜਿਹੜੀ ਹੈਗੀ ਭਰਾ ਭੈਣ ਵਾਲੀ ਉਹ ਹੈ 1 ਦਸੰਬਰ 2005। F3 ਕੈਟੇਗਰੀ 'ਚ ਹੈਗੀ ਆ 22 ਅਗਸਤ 2009। F2B ਕੈਟੇਗਰੀ ਗ੍ਰੀਨ ਕਾਰਡ ਹੋਲਡਰ ਓਵਰ 21 ਬੱਚਿਆਂ ਵਾਲੀ 22 ਸਤੰਬਰ 2016। F2A ਕੈਟੇਗਰੀ ਹੈ ਜੀ 1 ਜੂਨ 2021 ਅਤੇ F1 ਹੈਗੀ ਆ 15 ਮਈ 2016। ਸੋ ਇਹ ਅੱਜ ਕੱਲ੍ਹ 2005 ਚੱਲ ਰਿਹਾ, ਤੁਹਾਡੇ ਕੇਸ ਥੋੜ੍ਹਾ ਟਾਈਮ ਲੱਗੇਗਾ। ਅਗਲਾ ਸਵਾਲ ਹੈ ਜੀ ਕਿ ਸਾਡਾ F4 ਕੇਸ April 2005 ਦਾ ਹੈਗਾ, ਸਾਰੇ ਪੇਪਰ ਜਿਹੜੇ ਹੈਗੇ ਪੂਰੇ ਹੋਏ ਆ ਆਲਰੇਡੀ ਉਹਨਾਂ ਕੋਲ। ਸਾਨੂੰ 60 ਦਿਨ ਦਾ ਲੈਟਰ ਆਇਆ ਸੀ, ਹੁਣ ਫੇਰ 60 ਦਿਨ ਦਾ ਆਇਆ, ਅਤੇ ਇਹਦਾ ਕੋਈ ਦੱਸੋ। ਦੇਖੋ, ਜੇ ਜਿਹੜੀ ਪ੍ਰੋਸੈਸਿੰਗ ਤਾਂ ਕਰ ਰਹੀ ਆ ਜਿਹੜੀ ਐਮਬੈਸੀ ਆ, ਪਰ ਇਹ ਆ ਵੀ ਸਲੋ ਆ, ਤਾਂ ਉਹਦੇ ਕਰਕੇ ਉਹ 60 ਦਿਨ ਦਾ ਲੈਟਰ ਤਾਂ ਦਿੰਦੇ ਨੇ ਵੀ ਅਸੀਂ ਕਰ ਰਹੇ ਹਾਂ, ਥੋੜ੍ਹੀ ਪ੍ਰੋਸੈਸਿੰਗ ਵੇਟ ਕਰੋ ਅਜੇ, ਤਾਂ ਕਿ ਤੁਹਾਨੂੰ ਇਹ ਨਾ ਲੱਗੇ ਵੀ ਸਾਡੇ ਨਾਲ ਕੋਈ ਕੋਰਸਪੋਂਡੈਂਸ ਨਹੀਂ ਹੋ ਰਹੀ। ਪਰ ਅਜੇ ਤੁਹਾਡੇ ਕੇਸ ਤੱਕ ਨਹੀਂ ਪਹੁੰਚੇ, ਹੋ ਸਕਦਾ ਤੁਹਾਨੂੰ ਦੁਬਾਰਾ 60 ਦਿਨ ਦਾ ਫੇਰ ਆ ਜਾਵੇ। ਸੋ ਜਦੋਂ ਵੀ ਪਹੁੰਚਣਗੇ ਉਹ ਕਰਨਗੇ, ਤੁਹਾਨੂੰ ਵੇਟ ਕਰਨੀ ਪੈਣੀ ਹੈ। ਅਗਲਾ ਸਵਾਲ ਹੈ ਜੀ ਕਿ ਅਸੀਂ F4 ਦਾ ਕੇਸ ਕੀਤਾ ਸੀ 17 ਜੁਲਾਈ 2006 ਨੂੰ। ਸਾਨੂੰ 2009 ਦੇ ਵਿੱਚ ਲੈਟਰ ਆਈ ਸੀਗੀ ਅਪਰੂਵਲ ਦੀ, ਹੋਰ ਕਿੰਨਾ ਟਾਈਮ ਲੱਗੂਗਾ। ਹੁਣ ਚੱਲ ਰਿਹਾ ਜੀ 1 ਸਤੰਬਰ 2005 ਅਤੇ ਤੁਹਾਨੂੰ ਅਜੇ ਸਾਲ ਹੋਰ ਲੱਗ ਜਾਣਾ ਘੱਟੋ ਘੱਟ। ਅਗਲਾ ਸਵਾਲ ਹੈ ਜੀ ਕਿ ਮੇਰੀ ਉਹ ਕਹਿੰਦੇ 31 ਅਗਸਤ 2021 ਨੂੰ ਹੀਅਰਿੰਗ ਡੇਟ ਸੀ ਅਤੇ ਉਹ ਕੈਂਸਲ ਹੋ ਗਈ, ਅਤੇ ਨਵੀਂ ਡੇਟ ਜਿਹੜੀ ਆ ਨਿਊਯਾਰਕ ਦੇ ਵਿੱਚ ਅਜੇ ਨਹੀਂ ਮਿਲੀ, ਅਤੇ ਮੇਰਾ 2018 'ਚ ਮੈਂ ਇੱਥੇ ਆਇਆ ਸੀ, ਕੀ ਹੋਊਗਾ। ਇਹ ਜਿਹੜੀਆਂ ਡੇਟਾਂ ਹੈਗੀਆਂ ਨਿਊਯਾਰਕ ਦੇ ਵਿੱਚ ਕੋਰਟ ਹੁਣੇ ਹੀ ਖੁੱਲ੍ਹੀ ਹੈ ਜੁਲਾਈ 'ਚ, ਪਹਿਲਾਂ ਤਕਰੀਬਨ 1 ਸਾਲ ਬੰਦ ਰਹੀ ਆ। ਹੁਣ ਡੇਟਾਂ ਕਈ ਜਿਹੜੀਆਂ ਹੀਅਰਿੰਗ ਡੇਟਾਂ ਕੈਂਸਲ ਕਰ ਰਹੇ ਨੇ, ਉਹ ਜਿਹੜੀਆਂ ਕੈਂਸਲ ਕੀਤੀਆਂ ਡੇਟਾਂ ਦੁਬਾਰਾ ਆਉਣਗੀਆਂ, ਉਹਨੂੰ ਟਾਈਮ ਲੱਗੂਗਾ, ਪਰ ਆਏਗੀ ਜ਼ਰੂਰ। ਅਗਲਾ ਸਵਾਲ ਹੈ ਜੀ ਕਿ ਮੇਰੀ ਜਿਹੜੀ ਹੈਗੀ ਆ ਮੈਂ ਵਿਆਹ ਕਰਾਇਆ ਅਤੇ ਮੇਰੀ ਡਾਟਰ ਜਿਹੜੀ US ਸਿਟੀਜ਼ਨ ਆ, 35 ਸਾਲ ਦੀ ਉਹਦੀ ਉਮਰ ਆ, ਅਤੇ ਉਹ ਅਪਲਾਈ ਕਰ ਸਕਦੀ ਆ।
ਆਪਣੇ ਸਟੈਪ ਮਦਰ ਲਈ ਕਿ ਨਹੀਂ। ਦੇਖੋ ਇਸ ਤਰ੍ਹਾਂ ਹੈਗਾ ਕਿ ਜਿਹੜਾ ਬੱਚਾ ਹੈਗਾ ਉਹ ਆਪਣੇ ਜਿਹੜਾ ਹੈਗਾ ਰੀਅਲ ਪੇਰੈਂਟ ਵਾਸਤੇ ਅਪਲਾਈ ਕਰਦਾ, ਅਤੇ ਸਟੈਪ ਪੇਰੈਂਟ ਜਿਹੜੇ ਨੇ ਉਹਦੇ ਨਾਲ ਹੁੰਦੇ ਆ ਕਵਰ, ਅਤੇ ਉਹ ਜਿਹੜੀ ਹੈਗੀ ਐਪਲੀਕੇਸ਼ਨ ਲਾ ਸਕਦੀ ਆ। ਅਗਲਾ ਸਵਾਲ ਹੈ ਜੀ ਕਿ ਤੁਸੀਂ ਇਹ ਕਿਹਾ ਕਿ ਜੇਕਰ CSPA ਐਕਟ 'ਚੋਂ ਏਜ ਆਊਟ ਹੋ ਗਏ ਬੱਚਾ 3-4 ਮਹੀਨੇ ਟਰੈਵਲ ਬੈਨ ਕਰਕੇ ਤਾਂ ਉਹ ਕਵਰ ਹੋ ਸਕਦਾ। ਦੇਖੋ ਇਸ ਤਰ੍ਹਾਂ ਆ ਕਿ ਹੋ ਸਕਦਾ ਉਹਦੇ ਵਿੱਚ ਕੋਈ ਟਰੈਵਲ ਬੈਨ ਕਰਕੇ ਕੋਈ ਬੈਨੀਫਿਟ ਦੇਣ, ਪਰ ਜਿਹੜੀ ਕੈਲਕੂਲੇਸ਼ਨ ਤਾਂ ਉਹੀ ਆ ਕਿ ਜਦੋਂ ਅਪਲਾਈ ਕੀਤਾ ਉਹ ਡੇਟ ਦੇਖੋ, ਜਦੋਂ ਅਪਰੂਵਲ ਆਈ ਉਹ ਦੇਖੋ, ਉਦੋਂ ਬਾਅਦ ਜਿਹੜੀ ਡੇਟ ਹੈਗੀ ਪ੍ਰਾਇਓਰਟੀ ਦੀ ਉਸ ਟਾਈਮ 'ਤੇ ਬੱਚੇ ਦੀ ਕਿੰਨੀ ਉਮਰ ਆ ਉਹ ਟਾਈਮ ਉਹ 'ਚੋਂ ਕੱਢੋ। ਅਤੇ ਅਗਲਾ ਸਵਾਲ ਹੈ ਜੀ ਕਿ ਜਿਹੜੇ ਭਰਾ ਭੈਣ ਦੀ ਕੈਟੇਗਰੀ ਦੇ ਵਿੱਚ ਜੇ ਅਪਲਾਈ ਕਰੀਏ ਕਿੰਨਾ ਟਾਈਮ ਲੱਗਦਾ। ਇਹਨੂੰ ਕਾਫੀ ਟਾਈਮ ਲੱਗਦਾ ਜੀ। ਅੱਜ ਕੱਲ੍ਹ 2005 ਚੱਲ ਰਿਹਾ ਅਤੇ ਤੁਸੀਂ ਦੇਖ ਲਓ ਵੀ 15 ਸਾਲ ਲੱਗ ਰਹੇ ਨੇ। ਜਿਹੜੇ ਸਰਵਿਸ ਸੈਂਟਰ ਨੇ ਉਹਨਾਂ ਦੇ ਵਿੱਚ ਵੀ ਅਪਰੂਵਲ ਦੇ ਵਿੱਚ ਕਾਫੀ ਟਾਈਮ ਲੱਗਦਾ। ਹੁਣ ਕਈ ਸਰਵਿਸ ਸੈਂਟਰਾਂ 'ਚ ਟਾਈਮ ਜ਼ਿਆਦਾ ਲੱਗ ਰਿਹਾ, ਕਈਆਂ 'ਚ ਘੱਟ ਲੱਗ ਰਿਹਾ। ਅਤੇ ਅਗਲਾ ਸਵਾਲ ਹੈ ਜੀ ਕਿ ਅਸੈਲਮ ਦੇ ਗਰਾਊਂਡ ਜਿਹੜੇ ਉਹ ਕੀ ਹੈਗੇ ਆ। ਇਹਦੇ ਬਾਰੇ ਮੈਂ ਇੱਕ ਵੱਖਰੀ ਵੀਡੀਓ ਪਾਊਂਗਾ ਜੀ, ਅਤੇ ਮੇਰੀ ਕੋਸ਼ਿਸ਼ ਹੈਗੀ ਆ ਵੀ ਮੈਂ ਉਹਦੇ ਬਾਰੇ ਦੱਸੂਗਾ ਵੀ ਕੀ ਗਰਾਊਂਡ ਆ ਅਸੈਲਮ ਦੇ 5 ਗਰਾਊਂਡ ਨੇ ਉੱਦਾਂ। ਅਤੇ ਅਗਲਾ ਸਵਾਲ ਹੈ ਜੀ ਕਿ F4 ਕੈਟੇਗਰੀ 'ਚ 2006 ਦਾ ਜਿਹੜਾ ਹੈਗਾ ਫਰਵਰੀ ਦਾ ਵੈਲਕਮ ਲੈਟਰ ਜਿਹੜਾ ਕਦੋਂ ਤੱਕ ਆਊਗਾ। ਦੇਖੋ F4 ਕੈਟੇਗਰੀ ਜਿਹੜੇ ਵੈਲਕਮ ਲੈਟਰ ਆ ਰਹੇ ਨੇ ਹੁਣ ਉਹ 1 ਦਸੰਬਰ 2005 ਦੇ ਆ, ਅਤੇ ਫਰਵਰੀ 6 ਦਾ ਮੇਰਾ ਖਿਆਲ ਜਲਦੀ ਆਉਣਾ ਚਾਹੀਦਾ, ਤੁਹਾਨੂੰ ਆ ਜਾਊਗਾ ਸ਼ਾਇਦ ਮਹੀਨੇ 2 ਮਹੀਨੇ 'ਚ ਆ ਜਾਵੇ। ਅਗਲਾ ਸਵਾਲ ਹੈ ਜੀ ਕਿ F2A ਕੇਸ 2018 'ਚ ਅਪਲਾਈ ਕੀਤਾ ਸੀ ਅਤੇ ਪਹਿਲਾਂ 120 ਦਿਨ ਦੀ ਮੇਲ ਆਈ, ਫਿਰ ਉਹ ਕਹਿੰਦੇ 2 ਵਾਰ 60 ਦਿਨ ਦੀ ਆ ਗਈ, ਅਤੇ ਕਿੰਨਾ ਟਾਈਮ ਲੱਗੂ। ਉਹੀ ਮੈਂ ਪਹਿਲਾਂ ਦੱਸ ਕੇ ਹਟਿਆ ਵੀ ਜਿਹੜੀਆਂ ਇਹਨਾਂ ਸਾਰੀਆਂ ਕੈਟੇਗਰੀਆਂ 'ਚ 60 ਦਿਨ ਦੀ ਮੇਲ ਆ ਰਹੀ ਉਹਦਾ ਮਤਲਬ ਇਹ ਆ ਵੀ ਸਰਕਾਰ ਕਹਿ ਰਹੀ ਹੈ ਵੇਟ ਕਰੋ ਅਜੇ, ਅਤੇ ਤੁਹਾਨੂੰ ਅਸੀਂ ਇੰਟਰਵਿਊ ਕਰਾਂਗੇ। ਸੋ ਤੁਹਾਨੂੰ ਵੇਟ ਕਰਨੀ ਪੈਣੀ ਆ। ਹੋ ਸਕਦਾ ਤੁਹਾਨੂੰ ਫਿਰ ਇੱਕ ਵਾਰੀ 60 ਦਿਨ ਦੀ ਆ ਜਾਵੇ, ਅਤੇ ਹੁਣ ਜਿਹੜੇ ਕੋਈ ਆਪਾਂ ਕਹਿ ਨਹੀਂ ਸਕਦੇ ਵੀ ਕਿੰਨੀ ਕੁ ਦੇਰ ਆਉਂਦੀ ਰਹੂਗੀ। ਅਤੇ ਹੁਣ ਉਹ ਕਹਿ ਰਹੇ ਨੇ ਸਾਡੀਆਂ ਜਿਹੜੀਆਂ ਇੰਟਰਵਿਊਜ਼ ਨੇ, ਅਗਲਾ ਸਵਾਲ ਆ ਮੁੰਬਈ 'ਚ ਹੋਣਗੀਆਂ ਕਿ ਦਿੱਲੀ 'ਚ। ਸਾਡੀ ਕੋਸ਼ਿਸ਼ ਹੈਗੀ ਹੈ ਜੀ ਦਿੱਲੀ 'ਚ ਹੋਣ। ਅਸੀਂ ਉਹਨਾਂ ਨੂੰ ਲਿਖ ਕੇ, ਮੈਂ ਲਾਸਟ ਵੀਕ ਗਿਆ ਸੀ ਵਾਸ਼ਿੰਗਟਨ DC ਅਤੇ ਨਿਊਯਾਰਕ, ਮੈਂ ਉੱਥੇ ਰੈਪਰਜੈਂਟੇਸ਼ਨ ਦਿੱਤੀ ਹੈ ਲੀਡਰਾਂ ਨੂੰ ਕਿ ਮੁੰਬਈ ਜਿਹੜਾ ਉਹ ਬੜਾ ਔਖਾ ਜਾਣਾ, ਦਿੱਲੀ ਕਰੋ। ਅਤੇ ਹੋ ਸਕਦਾ ਦਿੱਲੀ 'ਚ ਅੱਗੇ ਹੋ ਜਾਵੇ, ਪਰ ਸਾਡੀ ਕੋਸ਼ਿਸ਼ ਹੈਗੀ ਵੀ ਦਿੱਲੀ 'ਚ ਹੋਣੀ ਚਾਹੀਦੀ ਹੈ। ਅਗਲਾ ਸਵਾਲ ਹੈ ਜੀ ਕਿ F2 ਕੇਸ ਦੀ ਇੰਟਰਵਿਊ ਕਦੋਂ ਸਟਾਰਟ ਹੋਏਗੀ। ਦੇਖੋ F2A ਕੇਸ ਜਿਹੜਾ ਹੈਗਾ ਉਹ ਗ੍ਰੀਨ ਕਾਰਡ ਹੋਲਡਰ ਦੇ 21 ਸਾਲ ਤੋਂ ਉੱਪਰ ਜਿਹੜੇ ਹੈਗੇ ਬੱਚੇ F2B ਆ। F2A 'ਚ ਹੈਗੇ ਗ੍ਰੀਨ ਕਾਰਡ ਹੋਲਡਰ ਦੇ ਜਿਹੜੇ ਬੱਚੇ ਨੇ, ਅਤੇ ਜਿਹੜੇ ਉਹਨਾਂ ਦੇ ਜਿਹੜੇ ਸਪਾਊਸਿਸ ਨੇ, ਅਤੇ 21 ਸਾਲ ਤੋਂ ਘੱਟ ਬੱਚੇ ਆ। ਇਹਦੀ ਇੰਟਰਵਿਊਜ਼ ਅਜੇ ਹੋ ਰਹੀਆਂ ਨੇ, ਪਰ ਥੋੜ੍ਹੀਆਂ ਹੋ ਰਹੀਆਂ, ਜ਼ਿਆਦਾ US ਸਿਟੀਜ਼ਨ ਦੀਆਂ ਹੋ ਰਹੀਆਂ। ਸੋ ਹੁਣ ਦੇਖਣ ਵਾਲੀ ਗੱਲ ਇਹ ਆ ਵੀ ਕਦੋਂ ਇੰਟਰਵਿਊਆਂ ਭੇਜਣਗੇ, ਇਹ ਤੁਹਾਨੂੰ ਵੇਟ ਹੀ ਕਰਨੀ ਪੈਣੀ ਆ। ਅਤੇ ਅਗਲਾ ਸਵਾਲ ਹੈ ਜੀ ਉਹ ਪੁੱਛਦੇ ਨੇ ਕਿ ਜਿਹੜਾ ਵਿਜ਼ਟਰ ਵੀਜ਼ਾ ਹੈਗਾ ਉਹ ਕਦੋਂ ਖੁੱਲ੍ਹੂਗਾ ਦੱਸੋ। ਇਹਦੇ ਬਾਰੇ ਕੁਛ ਨਹੀਂ ਕਹਿ ਸਕਦੇ ਜੀ। ਜਿਹੜੇ ਵਿਜ਼ਟਰ ਵੀਜ਼ੇ ਬਾਰੇ ਅਪਡੇਟ ਆਈ ਸੀ ਪਿੱਛੇ, ਅਤੇ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਕੰਟਰੀ ਦੇ ਲੱਗਿਆ ਵੀਜ਼ੇ ਅਸੀਂ ਨਹੀਂ ਖੋਲ੍ਹਣੇ ਅਜੇ। ਸੋ ਇਹ ਦੇਖਣ ਵਾਲੀ ਗੱਲ ਆ ਵੀ ਕਦੋਂ ਖੁੱਲ੍ਹਦਾ। ਅਤੇ ਅਗਲਾ ਸਵਾਲ ਹੈ ਜੀ ਕਿ ਉਹ ਕਹਿੰਦੇ ਨੇ ਕਿ F4 ਵੀਜ਼ੇ 'ਤੇ ਸਾਡਾ ਕੇਸ ਚੱਲਦਾ, ਪਰ ਮੇਰੀ ਵਾਈਫ ਦਾ ਜਨਮ ਸਰਟੀਫਿਕੇਟ ਨਹੀਂ ਆ ਅਤੇ ਉਹਦੀ ਲੋੜ ਹੈਗੀ ਆ। ਲੋੜ ਤਾਂ ਪੈਂਦੀ ਹੈ ਜੀ ਜਨਮ ਸਰਟੀਫਿਕੇਟ ਦੀ, ਇਹ 'ਚ ਕੋਈ ਸ਼ੱਕ ਨਹੀਂ। ਅਤੇ ਤੁਸੀਂ ਜਿਹੜਾ F4 ਵੀਜ਼ਾ ਆ ਉਹਦੇ ਬਾਰੇ ਜੇ ਨਹੀਂ ਹੈਗਾ ਜਨਮ ਸਰਟੀਫਿਕੇਟ ਤਾਂ ਤੁਸੀਂ ਫਿਰ ਨੋਟ ਫਾਊਂਡ ਦਾ ਕਢਾਓ। ਉਹ ਸਰਟੀਫਿਕੇਟ ਹੁੰਦਾ ਵੀ ਸਾਡੇ ਕੋਲ ਰਿਕਾਰਡ ਹੈ ਨਹੀਂ, ਅਤੇ ਉਹ ਕਢਾ ਕੇ ਉਹਦੇ ਨਾਲ 2-3 ਬੰਦਿਆਂ ਦੇ ਐਫੀਡੇਵਿਟ ਚਾਹੀਦੇ ਜਿਹੜੇ ਕਿ ਉਹਨਾਂ ਤੋਂ ਵੱਡੀ ਉਮਰ ਦੇ ਹੋਣ। ਉਹ ਇਹ ਲਿਖ ਕੇ ਦੇਣ ਕਿ ਉਹਨਾਂ ਦਾ ਜਨਮ ਹੋਇਆ, ਉਹ ਕਿਸ ਤਰ੍ਹਾਂ ਪਤਾ ਉਹਨਾਂ ਨੂੰ ਵੀ ਉੱਥੇ ਸੀਗੇ ਜਾਂ ਉਹਦੇ ਰਿਲੇਟਿਵ ਨੇ ਉਹ। ਅਤੇ ਨਾਲ ਦੀ ਨਾਲ ਜਿਹੜਾ ਨੋਟ ਫਾਊਂਡ ਦਾ ਸਰਟੀਫਿਕੇਟ ਹੋਣਾ ਚਾਹੀਦਾ, ਅਤੇ ਉਹ ਫਿਰ ਜਿਹੜੀ ਇਹਨੂੰ ਅਸੀਂ ਸੈਕੰਡਰੀ ਐਵੀਡੈਂਸ ਕਹਿੰਦੇ ਆ, ਇਹ ਕਵਰ ਕਰ ਜਾਂਦੀ ਹੈ ਜੇ ਜਿਹੜਾ ਹੈਗਾ ਅਸਲੀ ਬਰਥ ਸਰਟੀਫਿਕੇਟ ਨਾ ਹੋਵੇ। ਅਗਲਾ ਸਵਾਲ ਹੈ ਜੀ ਉਹ ਕਹਿ ਰਹੇ ਅਸੈਲਮ ਦਾ ਹੀ ਵਰਕ ਪਰਮਿਟ ਅਪਲਾਈ ਕੀਤਾ ਜੀ, ਸਾਨੂੰ 6 ਮਹੀਨੇ ਹੋ ਗਏ, ਕਿੰਨਾ ਟਾਈਮ ਲੱਗੂਗਾ ਰਿਨਿਊਅਲ ਵਾਸਤੇ। ਅੱਜ ਕੱਲ੍ਹ ਰਿਨਿਊਅਲ ਨੂੰ 8 ਮਹੀਨੇ ਲੱਗ ਰਿਹਾ ਜੀ, 8 ਤੋਂ 10। ਸੋ ਇਸ ਕਰਕੇ ਵੇਟ ਕਰਨੀ ਪੈਣੀ ਆ ਤੁਹਾਨੂੰ, ਕਾਫੀ ਟਾਈਮ ਲੱਗਦਾ। ਬਾਕੀ ਕਈ ਸੈਂਟਰਾਂ ਦੇ ਵਿੱਚ ਥੋੜ੍ਹਾ ਛੇਤੀ ਵੀ ਹੋ ਜਾਂਦਾ, 6-7 ਮਹੀਨੇ 'ਚ ਵੀ ਹੋ ਜਾਂਦਾ, ਪਰ ਆਮ ਐਵਰੇਜ 8 ਹੈਗੀ ਆ। ਸੋ ਵੇਟ ਕਰੋ, ਅਤੇ ਉਹਦੇ 'ਚ ਫਿਰ ਹੁਣ ਦੇਖਦੇ ਹਾਂ ਵੀ ਕਦੋਂ ਆਊਗਾ, ਪਰ ਆਮ ਤੌਰ 'ਤੇ 8 ਕੁ ਮਹੀਨੇ 'ਚ ਆ ਰਹੇ ਨੇ। ਹੁਣ ਕਈਆਂ ਦੇ ਆਏ ਆ 6 'ਚ, ਪਰ 6 ਤੋਂ 8 ਮਹੀਨੇ ਦਾ ਜਿਹੜਾ ਆਮ ਟਾਈਮ ਆ। ਇਸ ਤੋਂ ਇਲਾਵਾ ਅੱਜ ਦਾ ਜਿਹੜਾ ਆਖਰੀ ਸਵਾਲ ਆ ਉਹ ਇਹ ਹੈਗਾ ਕਿ ਸਿਟੀਜ਼ਨਸ਼ਿਪ ਦਾ ਕੇਸ ਜਿਹੜਾ ਅਪਲਾਈ ਕੀਤਾ ਸੀ ਉਹਦੀ ਇੰਟਰਵਿਊ ਹੋ ਗਈ ਆ। ਉਦੋਂ ਬਾਅਦ ਉਹਨਾਂ ਨੇ ਕਿਹਾ ਓਥ ਦੀ ਲੈਟਰ ਅਸੀਂ ਭੇਜਾਂਗੇ, ਨਹੀਂ ਆਈ ਉਹਦਾ ਕੀ ਬਣੂਗਾ। ਦੇਖੋ ਜੇ ਇੰਟਰਵਿਊ ਤੁਸੀਂ ਪਾਸ ਕਰ ਗਏ, ਤੁਹਾਨੂੰ ਉਹ ਲੈਟਰ ਦੇ ਦਿੰਦੇ ਆ ਪਾਸ ਦਾ ਵੀ ਤੁਸੀਂ ਸਾਰਾ ਹੋ ਗਿਆ, ਤਾਂ ਓਥ ਦੀ ਲੈਟਰ ਮੇਲ 'ਚ ਆਊਗੀ। ਉਹਨੂੰ ਕਈ ਵਾਰੀ 3-4 ਵੀਕ ਲੱਗਦੇ, ਕਈ ਵਾਰ ਮਹੀਨਾ ਵੀ ਲੱਗ ਜਾਂਦਾ, ਵੇਟ ਕਰੋ। ਸੋ ਇਸ ਕਰਕੇ ਤੁਹਾਨੂੰ ਲੈਟਰ ਜ਼ਰੂਰ ਆਊਗੀ ਉਹ, ਪਰ ਉਹ ਟਾਈਮ ਲੱਗ ਰਿਹਾ। ਜੇ ਨਹੀਂ ਆਉਂਦੀ ਤਾਂ ਫਿਰ ਤੁਸੀਂ ਉਹਨਾਂ ਕੋਲ ਜਾ ਕੇ ਇਨਕੁਆਇਰੀ ਉੱਥੇ ਪਾ ਸਕਦੇ ਹੋ।
ਇਹ ਸੀ ਤੁਹਾਡੇ ਸਵਾਲਾਂ ਦੇ ਜਵਾਬ। ਤੇ ਆਸ ਹੈ ਕਿ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ, ਸਬਸਕ੍ਰਾਈਬ ਕਰੋ। ਅਗਲੇ ਵੀਕ ਫੇਰ ਮਿਲਾਂਗੇ ਜੀ ਇੱਦਾਂ ਹੀ ਪ੍ਰੋਗਰਾਮ ਦੇ ਨਾਲ। ਸਤਿ ਸ਼੍ਰੀ ਅਕਾਲ ਜੀ।